ਨੈਕਸਟ ਪੁਆਇੰਟ ਹੈਗਾ ਜੀ 8 ਪੁਆਇੰਟ ਲੈਂਥ ਆਫ ਮਸਲ ਲੈਂਥ ਵਿੱਚ ਤਬਦੀਲੀ ਵੀ ਸਟਰੈਂਥ ਨੂੰ ਪ੍ਰਭਾਵਿਤ ਕਰਦੀ ਹੈ। ਕੁਝ ਲੋਕਾਂ ਦੀਆਂ ਲੌਂਗ ਮਸਲਸ ਹੁੰਦੀਆਂ ਹਨ ਜਦੋਂ ਕਿ ਦੂਜਿਆਂ ਦੀਆਂ ਮਸਲਸ ਛੋਟੀਆਂ ਹੁੰਦੀਆਂ ਹਨ। ਮੁਕਾਬਲਤਨ ਲੌਂਗ ਮਸਲਸ ਵਾਲੇ ਵਿਅਕਤੀਆਂ ਵਿੱਚ ਤੁਲਨਾਤਮਕ ਤੌਰ 'ਤੇ ਸ਼ਾਰਟ ਮਸਲਸ ਵਾਲੇ ਵਿਅਕਤੀਆਂ ਨਾਲੋਂ ਸਾਈਜ਼ ਅਤੇ ਸਟਰੈਂਥ ਡਿਵੈਲਪਮੈਂਟ ਦੀ ਵਧੇਰੇ ਸੰਭਾਵਨਾ ਹੁੰਦੀ ਹੈ। ਨੰਬਰ 9 ਏਜ ਇੱਕ ਹੋਰ ਫੈਕਟਰ ਹੈ ਜੋ ਮਸਲਸ ਦੀ ਸਟਰੈਂਥ ਨੂੰ ਪ੍ਰਭਾਵਿਤ ਕਰਦਾ ਹੈ। ਮਸਲ ਦੀ ਸਟਰੈਂਥ ਉਮਰ ਦੇ ਨਾਲ ਘਟ ਜਾਂਦੀ ਹੈ, ਮੁੱਖ ਤੌਰ 'ਤੇ ਮਸਲਸ ਦੇ ਕ੍ਰਾਸ ਸੈਕਸ਼ਨਲ ਏਰੀਆ ਵਿੱਚ ਕਮੀ ਅਤੇ ਮਸਲ ਫਾਈਬਰ ਦੇ ਅੰਦਰ ਕੰਟਰੈਕਟਾਈਲ ਵਾਲੇ ਟਿਸ਼ੂ ਦੀ ਮਾਤਰਾ ਵਿੱਚ ਗਿਰਾਵਟ ਦੇ ਕਾਰਨ ਹੁੰਦੀ ਹੈ। ਹਾਲਾਂਕਿ ਰੈਗੂਲਰ ਸਟਰੈਂਥ ਦੀ ਟ੍ਰੇਨਿੰਗ ਏਜਿੰਗ ਦੇ ਨਾਲ ਮਸਲ ਦੀ ਸਟਰੈਂਥ ਨੂੰ ਵੀ ਘਾਟੇ ਨੂੰ ਦਰਸਾਉਂਦੀ ਹੈ। ਇਸ ਤਰ੍ਹਾਂ ਬਜ਼ੁਰਗ ਲੋਕ ਮਸਲ ਸਾਈਜ਼ ਨੂੰ ਵਧਾ ਸਕਦੇ ਹਨ ਅਤੇ ਟ੍ਰੇਨਿੰਗ ਦੁਆਰਾ ਸਟਰੈਂਥ ਨੂੰ ਵੀ। ਨੰਬਰ 10 ਜੈਂਡਰ ਸਾਡੀ ਮਸਲ ਕੁਆਲਿਟੀ ਨੂੰ ਪ੍ਰਭਾਵਿਤ ਨਹੀਂ ਕਰਦਾ, ਪਰ ਮਸਲਸ ਦੀ ਕੁਆਂਟੀਟੀ ਜਾਂ ਕ੍ਰਾਸ ਸੈਕਸ਼ਨ ਏਰੀਆ ਨੂੰ ਪ੍ਰਭਾਵਿਤ ਕਰਦਾ ਹੈ। ਟਿਸ਼ੂ ਅਤੇ ਮਸਲ ਫਾਈਬਰ ਦੀ ਵੰਡ ਮੈਨ ਐਂਡ ਵੂਮਨਸ ਵਿੱਚ ਵੱਖੋ ਵੱਖਰੀ ਹੁੰਦੀ ਹੈ। ਇਸ ਤਰ੍ਹਾਂ ਅਸਿੱਧੇ ਤੌਰ 'ਤੇ ਮਸਲ ਸਟਰੈਂਥ ਨੂੰ ਪ੍ਰਭਾਵਿਤ ਕਰਦੇ ਹਨ। ਥਰਡ ਪੁਆਇੰਟ ਹੈਗਾ ਜੀ ਫਿਜ਼ੀਓਲੋਜੀਕਲ ਫੈਕਟਰ ਡਿਟਰਮਾਈਨ ਸਪੀਡ ਇੱਕ ਵਿਅਕਤੀ ਘੱਟੋ ਘੱਟ ਪੋਸੀਬਲ ਟਾਈਮ ਵਿੱਚ ਮੂਵਮੈਂਟ ਕਰਨ ਦੀ ਐਬਿਲਿਟੀ ਹੈ। ਸਪੀਡ ਦੇ 3 ਹਿੱਸੇ ਹਨ: ਰਿਐਕਸ਼ਨ ਟਾਈਮ, ਐਕਸਲਰੇਸ਼ਨ ਸਪੀਡ ਅਤੇ ਸਪੀਡ ਆਫ ਮੂਵਮੈਂਟ। ਹੇਠ ਦਿੱਤੇ ਫੈਕਟਰਸ ਦੀ ਦ੍ਰਿਸ਼ਟੀਕੋਣ ਵਿੱਚ ਸਪੀਡ ਨਿਰਧਾਰਤ ਕੀਤਾ ਜਾਂਦਾ ਹੈ। ਫਸਟ ਹੈਗਾ ਜੀ ਮੋਬਿਲਿਟੀ ਆਫ ਦਾ ਨਰਵਸ ਸਿਸਟਮ ਬ੍ਰੇਨ ਅਤੇ ਮਸਲਸ ਦੇ ਵਿਚਕਾਰ ਇੱਕ ਮਹੱਤਵਪੂਰਨ ਸੰਬੰਧ ਹੈ। ਬ੍ਰੇਨ ਦੇ ਵਿਚਕਾਰ ਸਿਗਨਲਜ਼ ਨਾਲ ਸਪਾਈਨ ਕੋਰਡ ਅਤੇ ਬੈਕ ਦੁਆਰਾ ਮਸਲਸ ਨੂੰ ਭੇਜਿਆ ਜਾਂਦਾ ਹੈ। ਸਪ੍ਰਿੰਟਿੰਗ ਦੇ ਦੌਰਾਨ ਸਾਡੀ ਮਸਲਸ ਵੱਧ ਤੋਂ ਵੱਧ ਸੰਭਵ ਕੰਟਰੈਕਸ਼ਨ ਕਰਦੀ ਹੈ ਅਤੇ ਰਿਲੈਕਸ ਕਰਦੀ ਹੈ, ਜੋ ਸੰਬੰਧਿਤ ਮੋਟਰ ਸੈਂਟਰ ਐਕਸਾਈਟੇਸ਼ਨ ਇਨਹਿਬਿਟੇਸ਼ਨ ਦੁਆਰਾ ਸੰਭਵ ਕੀਤੀ ਗਈ ਹੈ। ਇਸ ਨੂੰ ਨਰਵਸ ਸਿਸਟਮ ਦੀ ਮੋਬਿਲਿਟੀ ਕਿਹਾ ਜਾਂਦਾ ਹੈ। ਬਾਡੀ ਐਕਸਰਸਾਈਜ਼ ਨਾਲ ਤੁਹਾਡੇ ਅੰਦਰ ਫਾਇਰ ਅਪ ਹੋਵੇਗੀ। ਸਰਕੂਲੇਸ਼ਨ ਮਸਲਸ ਦੀ ਮੋਬਿਲਿਟੀ ਨੂੰ ਵਧਾਉਣਾ ਅਤੇ ਨਰਵਸ ਸਿਸਟਮ ਵਿੱਚ ਮੋਬਿਲਿਟੀ ਦੀ ਇੰਪਰੂਵ ਹੁੰਦੀ ਹੈ। ਸੈਕਿੰਡ ਹੈਗਾ ਜੀ ਕੰਪੋਜੀਸ਼ਨ ਆਫ ਦਾ ਮਸਲ ਕੰਪੋਜੀਸ਼ਨ। ਮਸਲ ਫਾਈਬਰ ਦੀਆਂ 3 ਮੁੱਖ ਕਿਸਮਾਂ ਹਨ। ਇਹ ਸਲੋ ਟਵਿਚ ਟਾਈਪ 1, ਫਾਸਟ ਟਵਿਚ ਟਾਈਪ 1A ਅਤੇ ਫਾਸਟ ਟਵਿਚ ਟਾਈਪ 2B। ਸਲੋ ਟਵਿਚ ਫਾਈਬਰ ਮਸਲਸ ਨਾਲੋਂ ਸਟਰੈਂਥ ਔਰ ਸਪੀਡ ਦੇ ਸ਼ਾਰਟ ਬਸਟਰਸ ਪੈਦਾ ਕਰਨ ਵਿੱਚ ਬਹੁਤ ਵਧੀਆ ਹਨ। ਇਸ ਤਰ੍ਹਾਂ ਫਾਸਟ ਟਵਿਚ ਮਸਲ ਦੀ ਗ੍ਰੇਟਰ ਪਰਸੈਂਟੇਜ ਫਾਈਬਰ ਹੈ, ਉਹ ਫਾਸਟਰ ਹੈ। ਥਰਡ ਹੈਗਾ ਜੀ ਐਕਸਪਲੋਸਿਵ ਸਟਰੈਂਥ ਇੱਕ ਵਿਅਕਤੀ ਦੀ ਘੱਟੋ ਘੱਟ ਸਮੇਂ ਦੇ ਇੰਟਰਵਲ ਵਿੱਚ ਵੱਧ ਤੋਂ ਵੱਧ ਫੋਰਸ ਦੀ ਵਰਤੋਂ ਕਰਨ ਦੀ ਐਬਿਲਿਟੀ ਨੂੰ ਦਰਸਾਉਂਦਾ ਹੈ। ਇਹ ਇੱਕ ਸਪ੍ਰਿੰਟਰ, ਹਾਈ ਜੰਪਰ, ਵੇਟ ਲਿਫਟਰ ਸਭ ਨੂੰ ਐਕਸਪਲੋਸਿਵ ਸਟਰੈਂਥ ਦੀ ਲੋੜ ਹੁੰਦੀ ਹੈ। ਐਥਲੀਟਾਂ ਜਿਨ੍ਹਾਂ ਨੂੰ ਵੱਡੀ ਮਾਤਰਾ ਵਿੱਚ ਫੋਰਸ ਪ੍ਰਦਰਸ਼ਨ ਕਰਨ ਦੀ ਜ਼ਰੂਰਤ ਹੈ, ਤੁਲਨਾਤਮਕ ਤੌਰ 'ਤੇ ਥੋੜ੍ਹੇ ਸਮੇਂ ਲਈ ਉਹਨਾਂ ਦੇ ਏਰੀਆ ਵਿੱਚ ਐਕਸਪਲੋਸਿਵ ਬੇਸਡ ਸਟਰੈਂਥ ਟ੍ਰੇਨਿੰਗ ਸ਼ਾਮਲ ਕਰਨ ਲਈ ਚੰਗਾ ਹੋਵੇਗਾ। ਫਾਸਟ ਟਵਿਚ ਮਸਲਸ ਦੇ ਮਸਲ ਫਾਈਬਰ ਐਕਸਪਲੋਸਿਵ ਹਾਈ ਫੋਰਸ ਐਕਟੀਵਿਟੀ ਲਈ ਬਣਾਏ ਜਾਂਦੇ ਹਨ, ਮੁੱਖ ਤੌਰ 'ਤੇ ਲਾਰਜ ਮੋਟਰ ਯੂਨਿਟਸ ਵਿੱਚ ਕਿਰਿਆਸ਼ੀਲ ਹੁੰਦੇ ਹਨ ਅਤੇ ਬਾਡੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਵਰਤਣ ਲਈ ਇੱਕ ਬਹੁਤ ਜ਼ਿਆਦਾ ਸਟਿਮੂਲਸ ਲੋੜ ਹੁੰਦੀ ਹੈ। ਨੰਬਰ 4 ਫਲੈਕਸੀਬਿਲਿਟੀ ਇੱਕ ਹੋਰ ਮਹੱਤਵਪੂਰਨ ਫੈਕਟਰ ਹੈ ਜੋ ਮੈਕਸਿਮਮ ਅਮਾਊਂਟ ਸਪੀਡ ਵਿੱਚ ਯੋਗਦਾਨ ਪਾਉਂਦਾ ਹੈ। ਉਹ ਹੈ ਜੁਆਇੰਟ ਫਲੈਕਸੀਬਿਲਿਟੀ। ਗੁੱਡ ਫਲੈਕਸੀਬਿਲਿਟੀ ਕਿਸੇ ਐਥਲੀਟ ਨੂੰ ਵੱਧ ਤੋਂ ਵੱਧ ਮਿਹਨਤ ਕੀਤੇ ਅਤੇ ਐਫਰਟ ਦੀ ਵੱਧ ਤੋਂ ਵੱਧ ਮੂਵਮੈਂਟ ਵਿੱਚ ਹੈਲਪ ਕਰੇਗਾ। ਰੈਸਿਸਟੈਂਟ ਇਨਵੋਲਵ ਜੁਆਇੰਟ ਦੀ ਸਹੀ ਫਲੈਕਸੀਬਿਲਿਟੀ ਮੂਵਮੈਂਟ ਵਿੱਚ ਯੋਗਦਾਨ ਪਾਉਂਦੀਆਂ ਹਨ, ਜੋ ਵਧੇਰੇ ਫਲੂਇਡ ਅਤੇ ਕੋਆਰਡੀਨੇਸ਼ਨ ਹੁੰਦੀਆਂ ਹਨ। ਨਤੀਜੇ ਵਜੋਂ ਲੌਂਗਰ ਅਤੇ ਫਾਸਟਰ ਸਟੈਪ ਅਤੇ ਵਧੇਰੇ ਸਪੀਡ ਹੁੰਦੀ ਹੈ। ਇਸ ਤਰ੍ਹਾਂ ਸਪੀਡ ਨਿਰਧਾਰਤ ਕਰਨ ਵਾਲੀ ਫਲੈਕਸੀਬਿਲਿਟੀ ਮਹੱਤਵਪੂਰਨ ਭੂਮਿਕਾ ਅਦਾ ਕਰਦੀ ਹੈ। ਨੰਬਰ 5 ਹੈਗਾ ਜੀ ਬਾਡੀ ਫੈਟ। ਜਦੋਂ ਤੁਸੀਂ ਦੌੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਫੈਟ ਵਧੇਰੇ ਬੈਗੇਜ ਵਜੋਂ ਕੰਮ ਕਰਦੀ ਹੈ। ਮੈਨਜ਼ ਲਈ ਬਾਡੀ ਭਾਰ 6 ਤੋਂ 10% ਅਤੇ ਵੂਮਨਜ਼ ਲਈ 12 ਤੋਂ 17% ਬਾਡੀ ਦਾ ਭਾਰ ਫੈਟ ਲਈ ਫਾਇਦੇਮੰਦ ਹੈ। ਸ਼ਾਰਟ ਡਿਸਟੈਂਸ ਬਾਡੀ ਦੀ ਫੈਟ ਲੋਅਰ ਰੇਂਜ
ਤੇ ਅਨਹੈਲਦੀ ਹੈ, ਜਦੋਂ ਕਿ ਬਾਡੀ ਦੀ ਫੈਟ ਦੀ ਹਾਇਰ ਰੇਂਜ ਸਪੀਡ ਨੂੰ ਨੈਗੇਟਿਵਲੀ ਬਣਾਉਂਦੀ ਹੈ। ਨੰਬਰ 6 ਅਨਐਰੋਬਿਕ ਕੈਪੈਸਿਟੀ। ਸਪੀਡ ਅਨਐਰੋਬਿਕ ਐਨਰਜੀ ਸਿਸਟਮ 'ਤੇ ਨਿਰਭਰ ਕਰਦੀ ਹੈ। ਅਨਐਰੋਬਿਕ ਕੈਪੈਸਿਟੀ ਆਕਸੀਜਨ ਦੀ ਵਰਤੋਂ ਕੀਤੇ ਬਿਨਾਂ ਪ੍ਰੋਡਿਊਸ ਐਨਰਜੀ ਪੈਦਾ ਕਰਨ ਦੀ ਐਬਿਲਿਟੀ ਹੈ। ਸਪੀਡ ਦੇ ਸ਼ਾਰਟ ਬਸਟਰ ਐਨਐਰੋਬਿਕ ਹੁੰਦੇ ਹਨ ਅਤੇ ਇੰਟੈਂਸਿਵ ਹੁੰਦੇ ਹਨ। ਸਾਡੀ ਬਾਡੀ ਸਿਰਫ ਸਪੀਡ ਦੇ ਕੁਝ ਫਾਸਟ ਬਸਟਰ ਹੀ ਕਰ ਸਕਦਾ ਹੈ। ਇਸ ਤੋਂ ਪਹਿਲਾਂ ਕਿ ਅਸੀਂ ਪੇਨ ਅਤੇ ਫੈਟੀਗੋ ਦੇ ਫਿਜ਼ੀਓਲੋਜੀਕਲ ਰਿਸਪੌਂਸ ਦਾ ਅਨੁਭਵ ਕਰੀਏ, ਇਸ ਤਰ੍ਹਾਂ ਇੱਕ ਐਥਲੀਟ ਕੋਲ ਬਿਹਤਰ ਅਨਐਰੋਬਿਕ ਕੈਪੈਸਿਟੀ ਦੀ ਬਿਹਤਰ ਗਤੀ ਹੋਵੇਗੀ। ਨੰਬਰ 7 ਬਾਇਓਕੈਮੀਕਲ ਰਿਜ਼ਰਵਜ਼ ਐਂਡ ਮੈਟਾਬੋਲਿਕ ਪਾਵਰ। ਐਕਸਪਲੋਸਿਵ ਮੂਵਮੈਂਟ ਦੇ ਦੌਰਾਨ ਮਸਲਜ਼ ਦੀ ਖਪਤ ਦੀ ਬਹੁਤ ਜ਼ਿਆਦਾ ਰੇਟ 'ਤੇ ਵਧੇਰੇ ਐਨਰਜੀ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਮਸਲ ਵਿੱਚ ਫੈਸਨੋਫੈਕਨ, ਐਡੀਨੋਸਿਨ ਤੇ ਟੈਰੀਪਰੋਫੇਟ ਅਤੇ ਕ੍ਰੇਟੀਨ ਫਾਸਫੋਰਸ ਸਟੋਰ ਤੁਰੰਤ ਜਾਂ ਥੋੜ੍ਹੇ ਸਮੇਂ ਲਈ ਪ੍ਰੋਵਾਈਡ ਐਨਰਜੀ ਪ੍ਰਦਾਨ ਕਰਕੇ ਵਧੇਰੇ ਸਪੀਡ ਪ੍ਰੋਵਾਈਡ ਕਰਨ ਦੀ ਯੋਗਦਾਨ ਪਾਉਂਦੇ ਹਨ। ਮੈਟਾਬੋਲਿਕ ਰੇਟ ਵਧਾ ਕੇ ਐਨਰਜੀ ਸਪਲਾਈ ਵਿੱਚ ਯੋਗਦਾਨ ਪਾਉਂਦੇ ਹਨ। ਇਸ ਤਰ੍ਹਾਂ ਬਾਇਓਕੈਮੀਕਲ ਅਤੇ ਮੈਟਾਬੋਲਿਕ ਪਾਵਰ ਪਲੇ ਨਿਰਧਾਰਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ। ਨੰਬਰ 4 ਫਿਜ਼ੀਓਲੋਜੀਕਲ ਫੈਕਟਰ ਡਿਟਰਮਾਈਨ ਫਲੈਕਸੀਬਿਲਿਟੀ। ਫਲੈਕਸੀਬਿਲਿਟੀ ਨੂੰ ਡਿਫਾਈਨ ਕਰ ਸਕਦੇ ਹਾਂ ਕਿ ਜੁਆਇੰਟ ਦੀ ਰੇਂਜ ਆਫ ਮੂਵਮੈਂਟ ਔਰ ਮੈਕਸਿਮਮ ਰੇਂਜ ਆਫ ਮੋਸ਼ਨ ਜੁਆਇੰਟ ਦੇ ਦੁਆਰਾ ਜਿੱਥੋਂ ਤੱਕ ਪੋਸੀਬਲ ਹੋ ਸਕੇ ਜੁਆਇੰਟ ਅਤੇ ਸਟ੍ਰੇਨ ਸੱਟ ਲੱਗਣ ਤੋਂ ਬਚਾਉਣ ਤੋਂ ਪਹਿਲਾਂ ਤੱਕ ਦੀ ਹੈ। ਨੰਬਰ 1 ਮਸਲ ਸਟਰੈਂਥ। ਆਰਡਰ ਦੇ ਵਿੱਚ ਪ੍ਰੋਪਰਲੀ ਵਰਕਆਊਟ ਐਥਲੀਟ ਨੂੰ ਜ਼ਰੂਰਤ ਤੱਕ ਯੂਟੀਲਾਈਜ਼ਡ ਫੁੱਲ ਰੇਂਜ ਆਫ ਮੋਸ਼ਨ ਕਰ ਸਕੇ। ਇਹ ਔਖਾ ਹੋ ਸਕਦਾ ਹੈ ਮਸਲਜ਼ ਨੂੰ ਇਨਕਰੀਜ਼ ਕਰਨਾ, ਕਿਉਂਕਿ ਮਸਲਜ਼ ਟਾਈਟ ਹੁੰਦਾ ਹੈ। ਇਸ ਲਈ ਮਸਲ ਸਿੰਪਲੀ ਡਾਇਰੈਕਸ਼ਨ ਤੱਕ ਮੋੜਨਾ। ਜੇਕਰ ਮਸਲ ਨੂੰ ਪ੍ਰੋਪਰਲੀ ਸਟਰੈਚ ਕਰਨਾ ਹੈ ਤਾਂ ਇਸ ਲਈ ਜੁਆਇੰਟ ਅਤੇ ਹੋਰ ਫਲੈਕਸੀਬਲ ਅਤੇ ਰੇਂਜ ਆਫ ਮੋਸ਼ਨ ਦਾ ਵੱਧ ਹੋਣਾ ਚਾਹੀਦਾ ਹੈ। ਵੀਕ ਮਸਲ ਪੂਰੀ ਤਰ੍ਹਾਂ ਰੇਂਜ ਆਫ ਮੋਸ਼ਨ ਤੋਂ ਰੋਕਦੇ ਹਨ। ਇਸ ਲਈ ਸਟਰੈਂਥ ਬਹੁਤ ਜ਼ਰੂਰੀ ਹੈ ਫॉर ਫਲੈਕਸੀਬਿਲਿਟੀ ਦੇ ਲਈ। ਸੈਕਿੰਡ ਪੁਆਇੰਟ ਹੈਗਾ ਜੀ ਜੁਆਇੰਟ ਸਟਰਕਚਰ। ਹਿਊਮਨ ਬਾਡੀ ਵਿੱਚ ਜੁਆਇੰਟ ਕਈ ਡਿਫਰੈਂਟ ਸਟਰਕਚਰ ਹੁੰਦੇ ਹਨ। ਕਈ ਜੈਂਡਰ ਰੇਂਜ ਆਫ ਮੋਸ਼ਨ ਹੋਰਾਂ ਜੁਆਇੰਟ ਦੇ ਨਾਲੋਂ ਹੋ ਸਕਦੇ ਹਨ। ਸ਼ੋਲਡਰ ਦਾ ਬਾਲ ਐਂਡ ਸਾਕਟ ਜੁਆਇੰਟ ਦੀ ਗ੍ਰੇਟਰ ਰੇਂਜ ਆਫ ਮੋਸ਼ਨ ਸਾਰੇ ਜੁਆਇੰਟ ਅਤੇ ਇਹ ਮੂਵ ਹੋ ਸਕਦੇ ਹਨ, ਪਰ ਐਨਾਟੋਮਿਕਲ ਪਲੇਨਜ਼ ਜੁਆਇੰਟ ਦਾ ਸਟਰਕਚਰ ਵੀ ਅਕਸਰ ਫਲੈਕਸੀਬਿਲਿਟੀ 'ਤੇ ਹੁੰਦਾ ਹੈ। ਨੰਬਰ 3 ਏਜ ਐਂਡ ਜੈਂਡਰ। ਰੇਂਜ ਆਫ ਮੋਸ਼ਨ ਡੀਕਰੀਜ਼ ਹੋ ਸਕਦੇ ਹਨ। ਐਡਵਾਂਸਮੈਂਟ ਏਜ ਦੇ ਵਿੱਚ ਬੱਚੇ ਜ਼ਿਆਦਾ ਫਲੈਕਸੀਬਲ ਹੁੰਦੇ ਹਨ ਅਡਲਟਸ ਦੇ ਮੁਕਾਬਲੇ। ਜੈਂਡਰ ਵੀ ਫਰਕ ਹੁੰਦਾ ਹੈ ਫਲੈਕਸੀਬਿਲਿਟੀ ਵਿੱਚ, ਜਿਵੇਂ ਵੂਮਨਜ਼ ਨਾਲੋਂ ਜ਼ਿਆਦਾ ਫਲੈਕਸੀਬਲ ਮੇਲ ਹੁੰਦੇ ਹਨ। ਨੰਬਰ 4 ਕਨੈਕਟਿਵ ਟਿਸ਼ੂ। ਡੀਪ ਕਨੈਕਟਿਵ ਟਿਸ਼ੂ ਜਿਵੇਂ ਕਿ ਫੈਸੀਆ ਐਂਡ ਟੈਂਡਨ ਲਿਮਟਡ ਰੇਂਜ ਆਫ ਮੋਸ਼ਨ ਹੋ ਸਕਦੀ ਹੈ। ਲਿਗਾਮੈਂਟ ਸੀਮ ਡਿਸਪਲੇ ਅਤੇ ਕੋਈ ਇਲਾਸਟਿਸਿਟੀ ਪ੍ਰੋਪਰਟੀ ਨਹੀਂ ਹੁੰਦੀ ਹੈ। ਕਈ ਵਾਰ ਐਕਸਪੋਜ਼ਰ ਟੂ ਸਟ੍ਰੈਚਿੰਗ ਹੋ ਸਕਦਾ ਹੈ, ਨਿਊ ਲੈਂਥ ਤੱਕ ਹੋ ਸਕਦਾ ਹੈ। ਨੰਬਰ 5 ਇੰਟਰਨਲ ਇਨਵਾਇਰਮੈਂਟ। ਐਥਲੀਟ ਦਾ ਇੰਟਰਨਲ ਇਨਵਾਇਰਮੈਂਟ ਇਫੈਕਟ ਪਾਉਂਦਾ ਹੈ ਰੇਂਜ ਆਫ ਮੋਸ਼ਨ 'ਤੇ। ਉਦਾਹਰਨ ਦੇ ਤੌਰ 'ਤੇ ਮੋਬਿਲਿਟੀ ਇਮੀਡੀਏਟਲੀ ਡੀਕਰੀਜ਼ ਕਰਦਾ ਹੈ ਅਪੌਨ ਵਾਕਿੰਗ ਆਫਟਰ ਏ ਨਾਈਟ ਸਲੀਪ ਦੇ ਹੋ ਸਕਦਾ ਹੈ। 10 ਮਿੰਟ ਦੇ ਵਾਰਮ ਅਪ ਬਾਅਦ ਵਧਾ ਸਕਦਾ ਹੈ ਬਾਡੀ ਟੈਂਪਰੇਚਰ ਅਤੇ ਰੇਂਜ ਆਫ ਮੋਸ਼ਨ ਨੂੰ। ਪ੍ਰੀਵੀਅਸ ਇੰਜਰੀ। ਮਸਲਜ਼ ਇੰਜਰੀ ਅਤੇ ਕਨੈਕਟਿਵ ਟਿਸ਼ੂ ਲੀਡ ਕਰ ਸਕਦਾ ਹੈ ਥਿਕਨਿੰਗ ਐਂਡ ਨਾਲ ਅਫੈਕਟਡ ਏਰੀਆ, ਜਿਹੜਾ ਹੋਰ ਡੀਕਰੀਜ਼ ਕਰ ਸਕਦਾ ਹੈ ਵਿਅਕਤੀ ਦੀ ਫਲੈਕਸੀਬਿਲਿਟੀ ਨੂੰ। ਨੈਕਸਟ ਹੈਗਾ ਜੀ 7.2 ਇਫੈਕਟ ਟੂ ਐਕਸਰਸਾਈਜ਼ ਔਨ ਕਾਰਡੀਓ ਰੈਸਪੀਰੇਟਰੀ ਸਿਸਟਮ। ਕਾਰਡੀਓ ਰੈਸਪੀਰੇਟਰੀ ਸਿਸਟਮ ਬਾਡੀ ਦੇ ਸਾਰੇ ਪਾਰਟਸ ਵਿੱਚ ਬਲੱਡ ਅਤੇ ਆਕਸੀਜਨ ਦੀ ਸਪਲਾਈ ਨੂੰ ਐਫੀਸ਼ੀਐਂਟ ਪੰਪਿੰਗ ਲਈ ਜ਼ਰੂਰੀ ਹੈ। ਇਸ ਵਿੱਚ ਹਾਰਟ ਅਤੇ ਬਲੱਡ ਵੈਸਲਜ਼ ਸ਼ਾਮਲ ਹਨ, ਜੋ ਰੈਸਪੀਰੇਟਰੀ ਸਿਸਟਮ ਦੇ ਨਾਲ ਨਾਲ ਆਕਸੀਜਨ ਪਹੁੰਚਾਉਣ ਅਤੇ ਸਰੀਰ ਦੇ ਟਿਸ਼ੂ ਤੋਂ ਕਾਰਬਨ ਡਾਈਆਕਸਾਈਡ ਨੂੰ ਬਾਹਰ ਕੱਢਦੀਆਂ ਹਨ। ਕਾਰਡੀਓ ਰੈਸਪੀਰੇਟਰੀ ਸਿਸਟਮ ਇੰਟੈਂਸ ਐਕਸਰਸਾਈਜ਼ ਦੇ ਦੌਰਾਨ ਅਤੇ ਤੁਰੰਤ ਬਾਅਦ ਭਾਰੀ ਬਦਲਾਅ ਆਉਂਦੇ ਹਨ। ਐਕਸਰਸਾਈਜ਼ ਕਰਨ ਵੇਲੇ ਮਸਲ ਦੁਆਰਾ ਆਕਸੀਜਨ ਦੀ ਮੰਗ ਵੱਧ ਜਾਂਦੀ ਹੈ।
ਇਸ ਮੰਗ ਨੂੰ ਪੂਰਾ ਕਰਨ ਲਈ ਕਾਰਡੀਓ ਰਿਸਪੀਰੇਟਰੀ ਸਿਸਟਮ ਦੁਆਰਾ ਥੋੜ੍ਹੇ ਸਮੇਂ ਲਈ ਅਤੇ ਲੰਬੇ ਸਮੇਂ ਦੇ ਅਡੈਪਟੇਸ਼ਨ ਹਨ, ਜਿਵੇਂ ਸ਼ਾਰਟ ਟਰਮ ਇਮੀਡੀਏਟ ਇਫੈਕਟ ਇਨਕਰੀਜ਼ ਇਨ ਹਾਰਟ ਰੇਟ। ਐਕਸਰਸਾਈਜ਼ ਦੇ ਥੋੜ੍ਹੇ ਸਮੇਂ ਦੇ ਇਫੈਕਟਸ ਵਿੱਚੋਂ ਇੱਕ ਹਾਰਟ ਰੇਟ ਵਿੱਚ ਵਾਧਾ ਹੈ, 72 ਬੀਟ ਪਰ ਮਿੰਟ ਹੈ। ਹਾਰਟ ਰੇਟ ਇਸ ਤਰ੍ਹਾਂ ਵੱਧਦੀ ਹੈ, ਵੱਧ ਤੋਂ ਵੱਧ ਹਾਰਟ ਰੇਟ ਪ੍ਰਾਪਤ ਕਰਨ ਤੱਕ ਐਕਸਰਸਾਈਜ਼ ਕਰੋ। ਇਹ 220 ਬੀਟਸ ਪਰ ਮਿੰਟ ਤੱਕ ਵੱਧ ਸਕਦੀ ਹੈ। ਨੰਬਰ ਸੈਕਿੰਡ ਹੈਗਾ ਜੀ ਇਨਕਰੀਜ਼ ਇਨ ਸਟ੍ਰੋਕ ਵੋਲੀਅਮ। ਸਟ੍ਰੋਕ ਵੋਲੀਅਮ ਲੈਫਟ ਵੈਂਟਰੀਕਲ ਤੋਂ ਪ੍ਰਤੀ ਬੀਟ ਦੁਆਰਾ ਬਲੱਡ ਦੀ ਮਾਤਰਾ ਹੈ। ਜਿਵੇਂ ਕਿ ਐਕਸਰਸਾਈਜ਼ ਦੀ ਇੰਟੈਂਸਿਟੀ ਵੱਧਦੀ ਹੈ, ਇਸੇ ਤਰ੍ਹਾਂ ਸਟ੍ਰੋਕ ਦੀ ਵੀ ਵੋਲੀਅਮ ਵੱਧਦੀ ਹੈ। ਆਮ ਤੌਰ 'ਤੇ ਆਰਾਮ ਕਰਨ ਵੇਲੇ ਵਿਅਕਤੀ ਦਾ ਸਟ੍ਰੋਕ ਵੋਲੀਅਮ 50 ਤੋਂ 70 ਮਿਲੀਲੀਟਰ ਪਰ ਬੀਟ ਹੁੰਦਾ ਹੈ। ਐਕਸਰਸਾਈਜ਼ ਦੌਰਾਨ ਇਹ ਵੱਧ ਜਾਂਦਾ ਹੈ, ਇਹ 110 ਤੋਂ 130 ml ਪਰ ਬੀਟ ਹੋ ਸਕਦਾ ਹੈ। ਇਸ ਤਰ੍ਹਾਂ ਹਰ ਬੀਟ ਦੁਆਰਾ ਲੈਫਟ ਵੈਂਟਰੀਕਲ ਤੋਂ ਬਲੱਡ ਦੀ ਮਾਤਰਾ ਐਕਸਰਸਾਈਜ਼ ਦੌਰਾਨ ਪ੍ਰਤੀ ਬੀਟ 80 ml ਤੱਕ ਵੱਧ ਜਾਂਦੀ ਹੈ। ਇਹ ਹਾਈ ਇੰਟੈਂਸਿਟੀ ਐਕਸਰਸਾਈਜ਼ ਦੌਰਾਨ 220 ml ਪ੍ਰਤੀ ਬੀਟ ਹੋ ਸਕਦੀ ਹੈ। ਨੰਬਰ 3 ਹੈਗਾ ਜੀ ਰਿਸਪੀਰੇਟਰੀ ਰੇਟ ਇਨਕਰੀਜ਼। ਰਿਸਪੀਰੇਟਰੀ ਰੇਟ ਇਨਕਰੀਜ਼ ਵਿੱਚ ਪ੍ਰਤੀ ਮਿੰਟ ਰਿਸਪੀਰੇਟਰੀ ਦੀ ਕੁੱਲ ਅਮਾਊਂਟ ਨੂੰ ਰਿਸਪੀਰੇਟਰੀ ਰੇਟ ਕਿਹਾ ਜਾਂਦਾ ਹੈ। ਐਕਸਰਸਾਈਜ਼ ਦੌਰਾਨ ਰਿਸਪੀਰੇਟਰੀ ਰੇਟ ਲਗਭਗ 18 ਪਰ ਮਿੰਟ ਤੋਂ ਵੱਧ ਕੇ 80 ਪਰ ਮਿੰਟ ਤੱਕ ਵੱਧ ਜਾਂਦੀ ਹੈ। ਨੰਬਰ 4 ਅਮਾਊਂਟ ਆਫ ਏਅਰ ਇਨਹੇਲਡ ਐਂਡ ਐਕਸਹੇਲਡ ਇਨਕਰੀਜ਼। ਐਕਸਰਸਾਈਜ਼ ਦੇ ਦੌਰਾਨ ਹਰੇਕ ਬਰੀਥ ਵਿੱਚ ਏਅਰ ਇਨਹੇਲ ਐਂਡ ਇਨਹੇਲ ਕੱਢੀ ਗਈ ਹੈ ਹਵਾ ਦੀ ਮਾਤਰਾ ਵੀ ਲਗਭਗ 0.5 ਲੀਟਰ ਤੋਂ 4.5 ਲੀਟਰ ਤੱਕ ਵੱਧ ਜਾਂਦੀ ਹੈ। ਏਅਰ ਇਨਕਰੀਜ਼ ਵੋਲੀਅਮ ਬਲੱਡ ਸਟ੍ਰੀਮ ਅਤੇ ਫਿਰ ਕੰਮ ਕਰਨ ਵਾਲੀਆਂ ਮਸਲਸ ਨੂੰ ਵਧੇਰੇ ਆਕਸੀਜਨ ਪ੍ਰਾਪਤ ਕਰਦੀ ਹੈ। ਨੰਬਰ 5 ਹੈਗਾ ਜੀ ਇਨਕਰੀਜ਼ ਇਨ ਕਾਰਡੀਅਕ ਆਊਟਪੁੱਟ। ਕਾਰਡੀਅਕ ਆਊਟਪੁੱਟ ਹਾਰਟ ਦੇ 1 ਮਿੰਟ ਦੀ ਮਿਆਦ ਵਿੱਚ ਬਲੱਡ ਨੂੰ ਪੰਪ ਕਰਦੀ ਹੈ। ਇਹ ਸਟ੍ਰੋਕ ਵੋਲੀਅਮ ਅਤੇ ਹਾਰਟ ਰੇਟ ਦਾ ਪ੍ਰੋਡਕਟ ਹੈ। ਇਹ ਸਧਾਰਨ 5 ਲੀਟਰ ਪ੍ਰਤੀ ਮਿੰਟ ਤੋਂ ਵਧਾ ਕੇ 40 ਲੀਟਰ ਪ੍ਰਤੀ ਮਿੰਟ ਤੱਕ ਸਟ੍ਰੀਨਿਊਸ ਐਕਸਰਸਾਈਜ਼ ਦੌਰਾਨ ਹੁੰਦਾ ਹੈ।